ਇੱਥੇ ਅਸੀਂ ਬੋਰਡ ਦੇ ਥੱਲੇ ਬੈਠੇ ਆ। ਜਾਨਵਰ ਜਿਹੜਾ ਹੈ ਉਹ ਗਰਮੀ 'ਚ ਫੁੱਲ ਹੁੱਲਾ ਕਰ ਰਿਹਾ। ਗਾਂ ਜਿਹੜੀ ਹੈ ਉਹ ਬਿਲਕੁਲ ਹਾਂਪ ਰਹੀ ਹੈ। ਸਾਹੀਵਾਲ ਹੈ, ਚੋਲਿਸਤਾਨੀ ਨਸਲ ਹੈ ਜਾਂ ਲੋਕਲ ਬਰੀਡ ਹੈ, ਉਹਨੂੰ ਬਿਲਕੁਲ ਪਰਵਾਹ ਕੋਈ ਨਹੀਂ। ਤੇ ਫਾਰਮਰ ਅੱਗੇ ਇਹ ਰਿਕੁਐਸਟ ਹੈ ਵੀ ਆਪਣੇ ਜਾਨਵਰ ਦਾ ਜਿਹੜਾ ਹੈ ਨਾ, ਜਿੰਨੀ ਦੇਰ ਤੱਕ ਟੀਕੇ ਗੋਲੀ ਦਵਾਈ ਉਹ ਇਲਾਜ ਇਹਦਾ ਨਹੀਂ ਹੈ, ਇਹਦਾ ਜਿਹੜਾ ਮੇਨ ਇਲਾਜ ਹੈ ਉਹ ਜਿਸ ਨਸਲ ਦੀ ਇਹ ਗਾਂ ਹੈ ਇਹਨੂੰ ਜਿਹੜਾ ਉਹ ਮਾਹੌਲ ਚਾਹੀਦਾ ਹੈ, ਜਿਹੜਾ ਇਹਨੂੰ ਟੈਂਪਰੇਚਰ ਚਾਹੀਦਾ ਹੈ, ਅਸਲ ਵਿੱਚ ਉਹ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਐਸਪਰੀਨ ਹੈ, ਆਪਣਾ ਗਲੂਕੋਜ਼ ਹੈ, ਅੰਗੂਰਾਂ ਦੀ ਖੰਡ ਜਿਹੜੀ ਹੈ ਉਹ ਅਸੀਂ ਦਿਵਾਨੇ ਆ, ਇਹਦੇ ਵਿੱਚ ਐਸਪਰੀਨ ਦਿਵਾਨੇ ਆ। ਆਇਓਡੀਨ ਜਿਹੜਾ ਹੈ ਉਹ ਕੰਮ ਕਰਦਾ, ਆਇਓਡੀਨ ਦੇ ਡਰਾਪਸ ਜਾਂ ਆਇਓਡੀਨ ਦਾ ਟੀਕਾ ਜਿਹੜਾ ਉਹ ਇਹਦੇ 'ਚ ਕੰਮ ਕਰਦਾ ਹੈ। ਉਹ ਕੁਝ ਹੱਦ ਤੱਕ ਇਹਨੂੰ ਕਮੀ ਤਾਂ ਲਿਆ ਸਕਦਾ ਹੈ, ਲੇਕਿਨ ਇਹਦਾ ਮੁਕੰਮਲ ਇਲਾਜ ਨਹੀਂ ਹੈ। ਇਹਦਾ ਇਲਾਜ ਇਹ ਹੀ ਹੈ ਵੀ ਆਪਣੇ ਜਾਨਵਰਾਂ ਨੂੰ ਜਿਹੜਾ ਹੈ ਉਹ ਤੁਸੀਂ ਠੰਡਾ ਮਾਹੌਲ ਦਿਓ। ਅਗਰ ਤੁਸੀਂ ਵੇਖੋ ਨਾ, ਪਿੰਡਾਂ ਥਾਵਾਂ ਤੇ ਅਸੀਂ ਹਰ ਘਰ ਸ਼ਾਵਰ ਨਹੀਂ ਲਾ ਸਕਦੇ, ਚਲੋ ਨਾ ਲਾਓ ਸ਼ਾਵਰ, ਲੇਕਿਨ ਕਮ ਅਜ਼ ਕਮ ਪੰਖਾ ਜਾਂ ਉਹਨੂੰ ਜਿਹੜਾ ਹੈ ਥੋੜਾ ਜਿਹਾ ਜਿੱਥੇ ਨਿੱਘਾ ਦਰਖਤ ਹੋਵੇ ਉਹਦੀ ਛਾਂ ਥੱਲੇ ਅਸੀਂ ਬਿਠਾ ਸਕਨੇ। ਜਿਸ ਤਰ੍ਹਾਂ ਹੁਣ ਇਹ ਜਾਨਵਰ ਬੈਠਾ, ਅੱਧੀ ਇਹਨੂੰ ਧੁੱਪ ਲੱਗ ਰਹੀ ਹੈ, ਅੱਧੀ ਛਾਂ। ਅਗਰ ਇਹ ਛਾਂ ਤੇ ਵੀ ਬੈਠਾ ਹੋਵੇ, ਲੇਕਿਨ ਉਹ ਤਾਂ ਇਹਨੂੰ ਪਾਉਣਾ ਹੀ ਹੈ ਨਾ ਜੀ। ਇਸ ਵਜ੍ਹਾ ਤੋਂ ਜਾਨਵਰ ਨੂੰ ਜਿਹੜਾ ਹੈ ਉਹ ਜਿੰਨੀ ਦੇਰ ਤੱਕ ਤੁਸੀਂ ਮਾਹੌਲ ਬਿਹਤਰ ਨਾ ਕਰਸੋ, ਜਾਨਵਰ ਤੁਹਾਡਾ ਰਿਕਵਰ ਨਹੀਂ ਹੋਣਾ। ਦੂਸਰੀ ਗੱਲ, ਚਾਚੇ ਹੋਰਾਂ ਨੇ ਇਹ ਗੱਲ ਕੀਤੀ ਸੀ ਵੀ ਅਸੀਂ ਜਾਨਵਰ ਨੂੰ ਨਵਾਇਆ ਹੈ, ਨਵਾਉਣ ਤੋਂ ਬਾਅਦ ਜਾਨਵਰ ਸਾਡਾ ਜ਼ਿਆਦਾ ਹੁੱਲਾ ਕਰਨ ਲੱਗ ਪਿਆ। ਤੇ ਨਵਾਉਣ ਦਾ ਤਰੀਕਾਕਾਰ, ਨਵਾਉਣ ਤੋਂ ਬਾਅਦ ਜਾਨਵਰ ਹੁੱਲਾ ਨਹੀਂ ਕਰਦਾ ਅਗਰ ਉਹਨੂੰ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਨਵਾਇਆ ਜਾਵੇ। ਦੇਖੋ ਨਾ, ਹੁਣ ਧੁੱਪ ਟਾਈਮ ਜਦੋਂ ਤੁਸੀਂ ਪੱਠਿਆਂ ਤੋਂ ਫਾਰਿਗ ਹੁੰਦੇ ਹੋ, ਉਦੋਂ ਤੁਸੀਂ ਜਾਨਵਰ ਨੂੰ ਨਵਾ ਕੇ ਇਹੋ ਜੀ ਤੱਤੀ ਠੱਡੀ ਛਾਂ ਤੇ ਬੰਨ ਦਿੰਦੇ ਹੋ, ਤੇ ਉਹ ਟੈਂਪਰੇਚਰ ਹੁੰਦਾ ਜਿਹੜਾ ਹੈ ਉਹ ਸਹੀ ਤਰ੍ਹਾਂ ਮੇਨਟੇਨ ਨਹੀਂ ਹੁੰਦਾ, ਤੇ ਉਹਦੇ ਨਾਲ ਉਹ ਸੁੱਲਾ ਵਧਾਣਾ ਹੀ ਹੈ, ਘਟਾਣਾ ਨਹੀਂ। ਨਵਾਉਣ ਦਾ ਸਹੀ ਤਰੀਕਾਕਾਰ ਇਹ ਹੈ ਵੀ ਸੁਬਾਹ ਸੂਰਜ ਨਿਕਲਣ ਤੋਂ ਪਹਿਲੇ ਨਵਾਣਾ ਹੈ ਤੇ ਸ਼ਾਮ ਸੂਰਜ ਗਰੂਬ ਹੋਣ ਤੋਂ ਬਾਅਦ।